ਇੱਕ ਦਾ। ਇਸ ਅਨੇਕਤਾ ਦੇ ਵਿੱਚ ਇੱਕ ਹੈ ਜਿਹਦਾ ਆਪਾਂ ਕੱਲ੍ਹ ਗੁਰੂ ਚਰਨਾਂ ਵਿੱਚ ਬੈਠ ਕੇ ਬੋਧ ਪ੍ਰਾਪਤ ਕੀਤਾ ਸੀ। ਸੋ ਇਸੇ ਭਾਵ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਤੀਸਰੇ ਸ਼ਬਦ ਵਿੱਚ ਹੋਰ ਪ੍ਰਗਟ ਕਰਦੇ ਨੇ। ਆਓ ਆਪਾਂ ਇਸ ਵਿਚਾਰ ਨਾਲ ਜੁੜੀਏ। ਸਾਰੇ ਹੀ ਪਿਆਰ, ਸ਼ਰਧਾ, ਵਿਰਾਗ, ਸਤਿਕਾਰ ਨਾਲ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਰਾਗ ਧਨਾਸਰੀ ਮਹਿਲਾ ਪਹਿਲਾ। ਇਹ ਧਨਾਸਰੀ ਰਾਗ ਵਿੱਚ ਜਦੋਂ ਆਪਾਂ ਧਨਾਸਰੀ ਰਾਗ ਦੇ ਵਿੱਚ ਗੁਰੂ ਦੀ ਬਾਣੀ ਦੇ ਦਰਸ਼ਨ ਕਰਦੇ ਉੱਥੇ ਵੀ ਇਹ ਸ਼ਬਦ ਆਏ, ਪਰ ਉਹਦੇ ਨਾਲ ਉੱਥੇ ਉੱਤੇ ਹੈਡਿੰਗ ਆਉਂਦਾ ਹੈ ਆਰਤੀ। ਤਾਂ ਅਸੀਂ ਬੜੀ ਛੇਤੀ ਕਹਿ ਦਿੰਦੇ ਹਾਂ ਜੀ ਹਿੰਦੂਆਂ ਦੀ ਆਰਤੀ ਜੀ ਸਾਡਾ ਆਰਤਾ ਹੈ। ਅਸੀਂ ਕਈ ਵਾਰ ਗਹਿਰਾ ਨਹੀਂ ਸਮਝਦੇ ਗੁਰੂ ਦੇ ਉਪਦੇਸ਼ ਤੇ ਉੱਥੇ ਫਿਰ ਆਪਾਂ ਸ਼ਬਦ ਵੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਉਹ ਸ਼ਬਦ ਦਾ ਆਰਤੀ ਨਾਲ ਕੋਈ ਵਾਸਤਾ ਨਹੀਂ ਹੈ। ਉੱਥੇ ਆਰਤਾ ਦਾ ਅਰਥ ਹੁੰਦਾ ਹੈ ਜਾਚਕ, ਲੋੜਵੰਦ, ਮੰਗਤਾ। ਤੇ ਗੁਰਦੇਵ ਨੇ ਕਿਰਪਾ ਕੀਤੀ। ਆਰਤੀ ਦੇ ਵੈਸੇ ਅਰਥ ਹੁੰਦੇ ਨੇ ਪੂਜਾ ਕਰਨਾ ਜਾਂ ਕਿਸੇ ਦੇਵ, ਕਿਸੇ ਇਸ਼ਟ ਦੀ ਪੂਜਾ, ਜਿਵੇਂ ਸਨਾਤਨ ਮਤ ਵਿੱਚ ਹੈ। ਤੇ ਇਹ ਵੀ ਸਾਡੇ ਖੋਜੀਆਂ ਨੇ ਦੱਸਿਆ ਜਦੋਂ ਧੰਨ ਗੁਰੂ ਨਾਨਕ ਸਾਹਿਬ ਪ੍ਰਚਾਰਕ ਫੇਰੀ ਤੇ ਤੁਰੇ ਨੇ ਨਾ, ਤੇ ਗੁਰੂ ਨਾਨਕ ਸਤਿਗੁਰੂ ਸਾਹਿਬ ਜਦੋਂ ਜਗਨਨਾਥ ਗਏ ਨੇ, ਉੱਥੇ ਆਰਤੀ ਹੋ ਰਹੀ ਸੀ। ਤੇ ਧੰਨ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਆਓ ਆਰਤੀ ਸ਼ਾਮਲ ਹੋਵੋ। ਮੈਂ ਬੇਨਤੀ ਕਰਾਂ, ਸਰਬ ਵਿਆਪਕ ਦੀ ਜਿਹੜੀ ਆਰਤੀ ਹੈ ਨਾ, ਉਹ ਕਰਨ ਦੀ ਲੋੜ ਨਹੀਂ ਹੋ ਰਹੀ। ਜਿਹੜਾ ਸਰਬ ਵਿਆਪਕ ਹੈ ਉਹਦੀ ਆਰਤੀ ਕੀਤੀ ਨਹੀਂ ਜਾ ਸਕਦੀ। ਉਹ ਹੋ ਰਹੀ ਹੈ ਬਸ ਸਭ ਥਾਵਾਂ ਤੇ। ਵਰਜਿਤ ਜ਼ਿਕਰ ਸਾਹਿਬ ਨੇ ਕੀਤਾ ਤੇ ਉੱਥੇ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਭਾਈ ਤੁਸੀਂ ਠੀਕ ਹੈ ਆਰਤੀ ਕਰ ਰਹੇ ਹੋ, ਪਰ ਮੇਰੇ ਸਾਹਿਬ ਕਹਿੰਦੇ ਮੈਂ ਉਸ ਵਾਹਿਗੁਰੂ ਦੀ ਆਰਤੀ 'ਚ ਸਦਾ ਹੀ ਸ਼ਾਮਲ ਰਹਿਣਾ ਜਿਹੜਾ ਸਰਬ ਵਿਆਪਕ ਹੈ, ਜਿਨਨੇ ਸਾਰੀ ਇਹ ਸਿਰਜਣਾ ਬਣਾਈ ਹੈ। ਤੇ ਭਲੇ ਉਹਦੀ ਆਰਤੀ ਤੇ ਹੋ ਰਹੀ ਹੈ। ਤੇ ਜਦੋਂ ਆਰਤੀ ਕੀਤੀ ਜਾਂਦੀ ਸੀ, ਜੋ ਇਸ਼ਟ ਦੀ ਮੂਰਤੀ ਬਣਾਈ ਜਾਂਦੀ ਸੀ, 4 ਵਾਰ ਥਾਲ ਚਰਨਾਂ ਦੇ ਉਹਦੇ ਘੁਮਾਇਆ ਜਾਂਦਾ ਸੀ, 2 ਵਾਰ ਧੁੰਨੀ ਤੇ 1 ਵਾਰ ਮੂੰਹ ਤੇ, ਫਿਰ 7 ਵਾਰ ਸਾਰੇ ਸਰੀਰ ਤੇ। ਇਹ ਆਰਤੀ ਦਾ ਢੰਗ ਸੀ। ਥਾਲ ਹੈ, ਦੀਵੇ ਨੇ, ਧੂਫ ਹੈ, ਅਗਰਬੱਤੀਆਂ ਨੇ, ਸੁਗੰਧੀਆਂ ਨੇ, ਫੁੱਲ ਨੇ। ਇਹ ਆਰਤੀ ਦੀ ਸਮੱਗਰੀ ਮੰਨੀ ਜਾਂਦੀ ਸੀ। ਤੇ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰ ਦੇ ਨਾਲ ਇਹ ਗੱਲ ਸਮਝਾਈ, ਭਾਈ ਉਸ ਕਰਤੇ ਵਾਹਿਗੁਰੂ ਦੀ ਆਰਤੀ ਤੇ ਸਦਾ ਹੋ ਰਹੀ ਹੈ। ਹਾਂ, ਅਸੀਂ ਧਿਆਨ ਕਰਕੇ, ਸੁਰਤ ਕਰਕੇ ਉਹਦੇ 'ਚ ਸ਼ਾਮਲ ਹੋ ਸਕਦੇ ਹਾਂ। ਤੇ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰਦੇ ਨੇ ਇਸ ਪਾਵਨ ਸ਼ਬਦ ਅੰਦਰ। ਤੇ ਜਿਹੜਾ ਇਹਦਾ ਰਹਾਉ ਦਾ ਬੰਦ ਹੈ ਇਸ ਪਾਵਨ ਸ਼ਬਦ ਦਾ, ਕੈਸੀ ਆਰਤੀ ਹੋਏ। ਕੈਸੀ ਦਾ ਅਰਥ ਹੈ ਅਦਭੁਤ, ਸਵਾਲਵਾਚਕ ਨਹੀਂ ਹੈ ਵੀ ਕਿਹੋ ਜਿਹੀ ਆਰਤੀ। ਕੈਸੀ ਦਾ ਅਰਥ ਹੈ ਅਚਰਜ, ਹੈਰਾਨੀਜਨਕ। ਕਿਤਨੀ ਹੈਰਾਨੀਜਨਕ ਆਰਤੀ ਹੋ ਰਹੀ ਹੈ ਨਾ ਵਾਹਿਗੁਰੂ ਦੀ। ਕਈ ਵਾਰ ਬੰਦਾ ਉਸ ਹੈਰਾਨੀ, ਉਸ ਅਚਰਜ ਨੂੰ ਮਾਨਣ ਦੀ ਬਜਾਏ ਨਾ ਆਪਣੇ ਖਿਲਾਰੇ ਆਪ ਹੀ ਪਾ ਕੇ ਬਹਿ ਜਾਂਦਾ। ਅਸੀਂ ਇੱਦਾਂ ਹੀ ਕੀਤਾ ਹੈ ਬਹੁਤ ਵਾਰ। ਉਸ ਨੂੰ ਮਾਨਣ ਦੀ ਬਜਾਏ, ਨਹੀਂ ਜੀ ਲੋੜ ਹੈ ਤਸਵੀਰ ਦੀ, ਨਹੀਂ ਜੀ ਇਹਦੇ ਤੋਂ ਬਿਨਾਂ ਕੀ ਕਰਾਂਗੇ, ਮੂਰਤੀ ਦੀ ਲੋੜ ਹੈ। ਕੋਈ ਸੱਜਣ ਨਾਲ ਮੈਂ ਗੱਲ ਕਰ ਰਿਹਾ ਸੀ, ਮੈਂ ਮੁਬਾਰਕ ਹੈ ਚਲੋ ਕਿਸ ਰੂਪ ਅੰਦਰ, ਕੋਈ ਯਾਦ ਰੂਪ ਅੰਦਰ ਸਾਧਨ ਰੱਖ ਲਿਆ ਜਾਏ। ਉਹ ਕਹਿ ਰਹੇ ਸਨ ਜੇ ਤਸਵੀਰਾਂ ਨਾ ਹੋਈਆਂ ਕਿੱਦਾਂ ਪਤਾ ਲੱਗੇਗਾ ਗੁਰੂ ਨਾਨਕ ਦਾ। ਤੇ ਮੁਹੰਮਦ ਸਾਹਿਬ ਦੀ ਕੋਈ ਤਸਵੀਰ ਨਹੀਂ ਹੈ, ਤੇ ਕਿੰਨੇ ਲੋਕ ਨੇ ਜੁੜੇ ਨੇ ਨਾ ਉਹਦੇ ਨਾਲ। ਕੋਈ ਤਸਵੀਰ ਹੈ ਮੁਹੰਮਦ ਸਾਹਿਬ ਦੀ? ਤੇ ਮੁਹੰਮਦ ਸਾਹਿਬ ਦੀ ਤਸਵੀਰ ਨਹੀਂ ਹੈ ਕਿ ਲੋਕੀ ਭੁੱਲ ਗਏ ਉਸ ਨੂੰ। ਬੀਬੀ ਫਾਤਮਾ ਕੋਲ ਲੋਕ ਆਏ ਸਨ, ਔਰ ਬੀਬੀ ਫਾਤਮਾ ਨੂੰ ਕਿਹਾ ਸੀ ਵੀ ਮੁਹੰਮਦ ਸਾਹਿਬ ਜੀ ਨਹੀਂ ਰਹੇ, ਸਾਨੂੰ ਆਗਿਆ ਦਿਓ ਅਸੀਂ ਉਹਨਾਂ ਦੀ ਤਸਵੀਰ ਬਣਾ ਕੇ ਰੱਖ ਲਈਏ, ਲੋਕ ਯਾਦ ਰੱਖਣਗੇ, ਪਤਾ ਲੱਗੇਗਾ
ਉਹਨੇ ਕਿਹਾ ਹਰਜ਼ਿਗ ਨਹੀਂ, ਇਹ ਗੁਨਾਹ ਨਹੀਂ ਅਸੀਂ ਕਰਨਾ। ਹਾਂ, ਜਿੰਨੇ ਮੁਹੰਮਦ ਸਾਹਿਬ ਦੇ ਦੀਦਾਰ ਕਰਨੇ ਹੋਣਗੇ ਉਹ ਕੁਰਾਨ ਚੋਂ ਆਪੇ ਕਰ ਲਏਗਾ, ਆਪੇ ਕਰ ਲਏਗਾ। ਸਾਨੂੰ ਬਹੁਤਾ, ਸਾਡੀ ਸੁਰਤ ਨੂੰ ਇਹ ਚੀਜ਼ਾਂ ਬਹੁਤਾ ਦੂਰ ਨਹੀਂ ਲੈ ਕੇ ਜਾ ਸਕਦੀਆਂ, ਤਾਂ ਕਰਕੇ ਸਾਹਿਬ ਨੇ ਪਰੇ ਕਰ ਦਿੱਤੀਆਂ, ਪਾਸੇ ਰੱਖ ਦਿੱਤੀਆਂ। ਸੁਰਤ ਨੂੰ ਨਹੀਂ ਉਹਨਾਂ ਨੇ ਬਹੁਤਾ ਉੱਚਾ ਚੁੱਕਣਾ। ਮੈਂ ਬੇਨਤੀ ਕੀਤੀ ਵੀ ਇਹ ਨਾ ਕਹੀਏ ਵੀ ਇਹਦੇ ਨਾਲ ਪ੍ਰਚਾਰ ਹੋਣਾ ਹੈ। ਜਿਨ੍ਹਾਂ ਕੋਲ ਨਹੀਂ ਮੂਰਤੀ, ਨਹੀਂ ਤਸਵੀਰ, ਤੇ ਕਿੰਨਾ ਦੁਨੀਆ 'ਚ ਕਿੰਨੇ ਦੇਸ਼ ਨੇ ਜਿਹੜੇ ਮੁਹੰਮਦ ਸਾਹਿਬ ਨੂੰ ਆਪਣਾ ਰਹਿਬਰ ਮੰਨਦੇ ਨੇ। ਖੈਰ, ਤੋ ਸਤਿਗੁਰ ਵੀ ਸਾਨੂੰ ਇਹ ਪੈਗਾਮ ਦੇ ਕੇ ਗਏ ਨੇ, ਸਿੱਖਾ ਇਹ ਚੀਜ਼ਾਂ ਤੇਰੇ ਵਾਸਤੇ। ਹਾਂ, ਜੇ ਪੂਜਾ ਦੀ ਸਮੱਗਰੀ ਲੱਭਣੀ ਹੈ, ਫਿਰ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਬਾਣੀ ਹੈ। ਜਾਂ ਬਾਣੀ ਨੇ ਜ਼ਿਕਰ ਕੀਤਾ, ਤੇਰਾ ਨਾਮ ਕਰੀ ਚਨਨਾਠੀਆਂ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ, ਘਟ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਧਿਆਈਐ, ਵਿਣਨਾਵੈ ਪੂਜ ਨਾ ਹੋਏ। ਮੇਰੇ ਸਾਹਿਬ ਕਹਿੰਦੇ ਠੀਕ ਹੈ, ਚੰਨਣ ਵੀ ਚਾਹੀਦਾ ਹੈ, ਠੀਕ ਹੈ, ਚੀਜ਼ਾਂ ਚਾਹੀਦੀਆਂ ਨੇ। ਤੇ ਸਤਿਗੁਰ ਕਹਿਣ ਲੱਗੇ ਮੇਰੇ ਕੋਲ ਹੈ। ਵਾਹਿਗੁਰੂ ਕਾਲ ਪੁਰਖ ਤੇਰਾ ਨਾਮ ਚੰਨਣ ਹੈ, ਤੇਰਾ ਨਾਮ ਕਰੀ ਚਨਨਾਠੀਆਂ, ਚੰਨਣ ਦੀ ਲੱਕੜ। ਜੇ ਮਨ ਉਰਸਾ, ਉਰਸਾ ਹੁੰਦਾ ਸੀ ਜਿਹਦੇ ਤੇ ਚੰਦਨ ਘਸਾਇਆ ਜਾਂਦਾ ਸੀ, ਫਿਰ ਮੂਰਤੀ ਨੂੰ, ਇਸ਼ਟ ਨੂੰ ਤਿਲਕ ਲਾਇਆ ਜਾਂਦਾ ਸੀ। ਤੇ ਸਾਹਿਬ ਨੇ ਕਿੱਡੇ ਪਿਆਰੇ ਬੋਲ ਕਹੇ, ਭਾਈ ਜੇ ਪੂਜਾ ਕਰਨੀ ਹੈ, ਨਾਮ ਨੂੰ ਚੰਦਨ ਬਣਾਈ, ਮਨ ਨੂੰ ਉਰਸਾ ਬਣਾਈ, ਮਨ ਦੇ ਨਾਲ ਸੰਪਰਕ ਹੋਏ ਨਾਮ, ਕਰਨੀ ਦਾ ਕੇਸਰ ਹੋਏ, ਤੇਰੇ ਆਚਰਣ ਦਾ ਕੇਸਰ ਹੋਏ, ਹਿਰਦੇ 'ਚ ਇਹ ਪ੍ਰਕਿਰਿਆ ਵਰਤੇ। ਫਿਰ ਪੂਜਾ ਕੀਚੈ ਨਾਮ ਧਿਆਈਐ, ਵਿਣ ਨਾਮੈ ਪੂਜ ਨਾ ਹੋਏ। ਜੇ ਤੇਰੇ ਕੋਲ ਐਸੀ ਪੂਜਾ ਨਹੀਂ ਹੈ, ਨਾ ਨਾਮ ਨਹੀਂ ਹੈ, ਫਿਰ ਬਾਹਰ ਦੀਆਂ ਚੀਜ਼ਾਂ ਬਾਹਰ ਹੀ ਰਹਿ ਜਾਣਗੀਆਂ। ਤੋ ਜਿਨ੍ਹਾਂ ਨੇ ਇਹ ਗਿਆਨ ਪ੍ਰਾਪਤ ਕੀਤਾ ਹੈ, ਬੜੇ ਧਿਆਨ ਨਾਲ ਇਸ ਕੁਦਰਤ ਨੂੰ, ਰੱਬ ਦੀ ਰਚਨਾ ਨੂੰ ਤੱਕਿਆ, ਤੇ ਵਿੱਚੋਂ ਹਰੇਕ ਥਾਂ ਤੋਂ ਕਾਦਰ ਦੀ ਸੋਏ ਖਬਰ ਪ੍ਰਾਪਤ ਕਰ ਲਈ। ਉਸਤਾਦ ਸਾਹਿਬ ਜੀ ਆਖਦੇ ਨੇ, ਕੈਸੀ ਆਰਤੀ ਹੋਈ। ਕੈਸੀ ਦਾ ਅਰਥ ਹੈ ਕਿਤਨੀ ਹੈਰਾਨੀਜਨਕ। ਭਵ ਖੰਡਨਾ ਤੇਰੀ ਆਰਤੀ, ਭਵ ਸਰੀਰ, ਆ ਜਿਹੜੇ ਸਰੀਰਾਂ ਨੂੰ ਵਾਹਿਗੁਰੂ ਜਨਮ ਮਰਨ ਨੂੰ ਦੂਰ ਕਰਨ ਵਾਲੇ ਮੇਰੇ ਮਾਲਕ ਵਾਹਿਗੁਰੂ, ਕੈਸੀ ਤੇਰੀ ਸੋਹਣੀ ਆਰਤੀ ਹੈ। ਹਰੇਕ ਉਹਦੇ ਵਿੱਚ ਸ਼ਾਮਲ ਹੈ। ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਭੇਰੀ ਦਾ ਅਰਥ ਹੈ ਨਗਾਰਾ, ਡਰਮ ਕਹਿ ਲਈਏ, ਹੋਰ ਜੋ ਜਿਹਦੇ 'ਚੋਂ ਸਾਊਂਡ ਪੈਦਾ ਹੁੰਦਾ। ਹਰੇਕ ਜੀਵ ਦੇ ਅੰਦਰ ਜਿਹੜੀ ਜੀਵਨ ਦੀ ਰੌਂ ਰੁਮਕਦੀ ਪਈ ਹੈ, ਹੇ ਮੇਰੇ ਮਾਲਕ ਵਾਹਿਗੁਰੂ, ਇਹ ਤੇਰੀ ਆਰਤੀ ਦੇ ਸਾਜ਼ ਨੇ। ਵਾਜੰਤ ਭੇਰੀ, ਤੇਰਾ ਨਗਾਰਾ ਵੱਜ ਰਿਹਾ, ਤੇਰੀ ਸੋਏ ਦੂਰ ਤੱਕ ਸੁਣੀ ਜਾ ਸਕਦੀ ਹੈ। ਕਿੱਦਾਂ? ਜਿਹੜੀ ਸਾਡੇ ਜੀਵਨ ਦੇ ਅੰਦਰ ਰੱਬੀ ਰੌਂ ਹੈ, ਉਹਦਾ ਹੋਣਾ ਰੁਮਕ ਰਹੀ ਹੈ ਸਭਨਾਂ ਦੇ ਅੰਦਰ, ਸਾਰਿਆਂ ਦੇ ਵਿੱਚ ਬੈਠ ਕੇ ਖੇਡ ਰਿਹਾ ਹੈ, ਗਾ ਰਿਹਾ ਹੈ, ਸੁਣ ਰਿਹਾ ਹੈ। ਤਾਂ ਕਿੱਡੀ ਸੋਹਣੀ ਆਰਤੀ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ, ਮੇਰੇ ਮਾਲਕ ਵਾਹਿਗੁਰੂ, ਜਿਹੜੀ ਆਰਤੀ ਸਦਾ ਹੁੰਦੀ ਹੈ, ਜਿਹਦੇ ਦੀਵੇ ਕਦੇ ਬੁਝਦੇ ਨਹੀਂ। ਤਾਂ ਸਾਹਿਬ ਨੇ ਅੱਗੇ ਬਖਸ਼ਿਸ਼ ਕੀਤੀ, ਗਗਨ ਮੈ ਥਾਲ। ਮੈ ਦਾ ਅਰਥ ਹੈ ਮਈ, ਇਹਨੂੰ ਮੈਂ ਨਹੀਂ, ਬਿੰਦੇ ਨਾਲ ਨਹੀਂ ਆਪਾਂ ਪੜ੍ਹਨਾ। ਸਾਹਿਬ ਕਹਿੰਦੇ ਆਕਾਸ਼ ਰੂਪੀ ਥਾਲ ਹੈ। ਆਕਾਸ਼ ਕੀ ਹੈ? ਇਹਨੂੰ ਕਹਿੰਦੇ ਨੇ ਰੂਪਕ ਅਲੰਕਾਰ। ਤੋ ਗਗਨ ਮੈ ਥਾਲ, ਸਾਡੇ ਥਾਲ ਤੇ ਬੜੇ ਛੋਟੇ ਨੇ, ਸਾਡੀਆਂ ਸਮੱਗਰੀਆਂ ਬੜੀਆਂ, ਤਾਂ ਹੀ ਤੇ ਉਹ ਕਿਸੇ ਨੇ ਕਿਹਾ, ਰਵਿਦਾਸ ਜੀ ਤੁਹਾਨੂੰ ਪਤਾ ਨਹੀਂ, ਜੇ ਪੂਜਾ ਕਰਨੀ ਹੋਏ ਨਾ, ਫਿਰ ਫੁੱਲ ਵੀ ਚੜਾਈਦੇ ਨੇ। ਭਗਤ ਰਵਿਦਾਸ ਜੇ ਪੂਜਾ ਕਰਨੀ ਹੋਏ, ਦੁੱਧ ਵੀ ਚਾਹੀਦਾ ਹੈ। ਭਗਤ ਰਵਿਦਾਸ ਜੀ ਪਾਣੀ ਵੀ ਚਾਹੀਦਾ ਹੈ, ਧੂਪ ਬੱਤੀ ਵੀ ਚਾਹੀਦੀ ਹੈ। ਤੇਰੇ ਕੋਲ ਤੇ ਸਾਨੂੰ ਕੁਝ ਦਿਸਦਾ ਨਹੀਂ। ਭਗਤ ਜੀ ਕਹਿੰਦੇ, ਮੇਰੇ ਮਾਲਕ ਵਾਹਿਗੁਰੂ, ਇਹਨਾਂ ਦੇ ਨਾਲ ਉਹਦੀ ਪ੍ਰਸੰਨਤਾ ਮਿਲਣੀ ਵੀ ਨਹੀਂ ਜੀਵਨ ਦੇ ਅੰਦਰ। ਇਹ ਤੇ ਝੂਠੇ ਨੇ।
ਫੁੱਲ ਭਵਰ ਨੇ ਵਿਗਾੜਿਆ ਹੈ। ਦੂਧ ਤਾਂ ਬਛਰੈ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ। ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋਂ, ਅਵਰ ਨਾ ਫੂਲ ਅਨੂਪ ਨਾ ਪਾਵੋਂ। ਮੈਲਾ ਗਰ ਬੇਰੇ ਹੈ ਭੁਯੰਗਾ, ਬਿਖ ਅੰਮ੍ਰਿਤ ਬਸੈ ਇਕ ਸੰਗਾ। ਧੂਪ ਦੀਪ ਨੈਵੇਦੇ ਬਾਸਾ, ਕੈਸੇ ਪੂਜ ਕਰੈ ਤੇਰੀ ਦਾਸਾ। ਫੁੱਲ ਵੀ ਝੂਠਾ ਹੋ ਗਿਆ, ਪਾਣੀ ਵੀ ਝੂਠਾ ਹੋ ਗਿਆ। ਭਗਤ ਜੀ ਕਹਿੰਦੇ ਫਿਰ ਕਿਵੇਂ ਤੇਰੀ ਪੂਜਾ ਹੋਏ? ਫਿਰ ਕਹਿੰਦੇ ਹਾਂ ਇੱਕ ਢੰਗ ਹੈ। ਤਨ ਮਨ ਅਰਪੋਂ ਪੂਜ ਚਰਾਵੋਂ, ਗੁਰ ਪ੍ਰਸਾਦ ਨਿਰੰਜਨ ਪਾਉ। ਭੇਟਾ ਜ਼ਰੂਰੀ ਹੈ, ਪਰ ਮੇਰੇ ਸਾਹਿਬ ਕਹਿੰਦੇ ਭੇਟ ਜਿੱਥੇ ਆਪਣਾ ਆਪਾ ਮਨ ਤਨ ਹੋ ਜਾਏ, ਸਮਰਪਣ ਹੋ ਜਾਏ ਕੋਈ, ਉਹਦੀ ਰਜਾ ਜਿਹੜਾ ਪੂਰਨ ਤੌਰ ਤੇ ਸਾਹਿਬ ਨੇ ਦੱਸਿਆ ਇਸ ਸ਼ਬਦ ਅੰਦਰ, ਰੱਬ ਦੀ ਰਜਾ 'ਚ ਰਹਿਣਾ ਹੀ ਰੱਬ ਦੀ ਆਰਤੀ ਕਰਨਾ। ਜਿਹੜਾ ਉਹਦੇ ਰਜਾ 'ਚ ਰਹਿ ਰਿਹਾ, ਉਹਦੀ ਆਰਤੀ 'ਚ ਰਹਿ ਰਿਹਾ, ਉਹਦੀ ਮਹਿਮਾ 'ਚ ਵਰਤ ਰਿਹਾ ਜੀਵਨ। ਤੇ ਗੁਰੂ ਨਾਨਕ ਸਤਿਗੁਰ ਨੇ ਸ਼ਬਦ ਉਚਾਰਨ ਕੀਤਾ, ਤੁਸੀਂ ਨਾਮ ਸੁਣਿਆ ਰਵਿੰਦਰ ਨਾਥ ਟੈਗੋਰ, ਬੜਾ ਦਾਰਸ਼ਨਿਕ ਫਿਲੋਸਫਰ, ਬੜਾ ਗਹਿਰਾ ਸੀ। ਤੇ ਉਸਨੇ ਗੱਲ ਆਖੀ ਸੀ, ਇਹ ਸ਼ਬਦ ਨੂੰ ਸੁਣਿਆ ਪੜ੍ਹਿਆ। ਉਹਨੇ ਲਿਖਿਆ ਵੀ ਮੈਂ ਐਸੀ ਖੂਬਸੂਰਤੀ ਨਹੀਂ ਕਿਸੇ ਦੇ ਅੱਖਰਾਂ 'ਚ ਵੇਖੀ, ਕਿਸੇ ਵੀ, ਜਿਹੜੀ ਧੰਨ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤੀ ਹੈ। ਇਸ ਦਿਸਦੇ ਨੂੰ ਸਾਹਮਣੇ ਰੱਖ ਕੇ ਜੋ ਅਦ੍ਰਿਸ਼ ਮਾਲਕ ਦੀ ਮਹਿਮਾ ਸਾਹਿਬ ਨੇ ਗਾਈ ਹੈ, ਮੈਨੂੰ ਐਸੀ ਸ਼ਬਦਾਵਲੀ ਨਹੀਂ ਮਿਲ ਸਕਦੀ ਕਦੇ ਵੀ। ਸਭ ਕੁਝ ਹੀ ਸਮੋ ਕੇ ਰੱਖ ਦਿੱਤਾ ਗੁਰੂ ਨਾਨਕ ਸਾਹਿਬ ਨੇ ਇਸ ਪਾਵਨ ਸ਼ਬਦ ਅੰਦਰ। ਕੋਈ ਅਛੂਤਾ ਨਹੀਂ ਰਿਹਾ ਗੁਰੂ ਨਾਨਕ ਸਾਹਿਬ ਦੇ ਇਸ ਪਾਵਨ ਸ਼ਬਦ ਵਿੱਚ। ਤੇ ਰਵਿੰਦਰ ਨਾਥ ਟੈਗੋਰ ਨੇ ਕਿਹਾ ਸੀ, ਗੁਰੂ ਨਾਨਕ ਦਾ ਇਹ ਗਾਇਆ ਪਾਵਨ ਗੀਤ ਸਾਰੀ ਕੁਦਰਤ ਨੂੰ ਆਪਣੀ ਬੁੱਕਲ ਵਿੱਚ ਲੈ ਲੈਂਦਾ। ਸਭ ਤੋਂ ਸੋਹਣਾ ਪਿਆਰਾ। ਤੋ ਸੱਚੇ ਪਾਤਸ਼ਾਹ ਜੀ ਨੇ ਬੜੀ ਖੂਬਸੂਰਤੀ ਪ੍ਰਗਟ ਕੀਤੀ ਹੈ। ਤੇ ਜੇ ਆਪਾਂ ਵੇਖਣਾ ਹੋਏ, ਤੁਸੀਂ ਬੜੀ ਵਾਰ ਸੁਣਦੇ ਹੋ ਸਰਗੁਣ ਤੇ ਨਿਰਗੁਣ, ਦੋਨਾਂ ਦਾ ਸੁਮੇਲ ਸਾਹਿਬ ਨੇ ਪ੍ਰਗਟ ਕੀਤਾ, ਸਰਗੁਣ ਤੇ ਨਿਰਗੁਣ। ਹੁਣ ਸਾਹਿਬ ਜੀ ਆਖਦੇ ਨੇ ਗਗਨ ਮੈਂ ਥਾਲ, ਆਕਾਸ਼ ਹੈ ਜਿਹੜਾ ਥਾਲ ਰੂਪੀ ਹੈ। ਰਵ ਚੰਦ ਦੀਪਕ ਬਣੇ, ਹੁਣ ਥਾਲ 'ਚ ਦੀਵੇ ਹੁੰਦੇ ਸੀ, ਉਹਦੀ ਗਿਣਤੀ 100 ਤੱਕ ਵੀ ਹੁੰਦੀ ਸੀ। ਰਵ ਸੂਰਜ ਤੇ ਚੰਦਰਮਾ ਦੀਵੇ ਨੇ, ਵੇਖੋ ਆਕਾਸ਼ ਵੱਲ। ਤਾਰਿਕਾ ਮੰਡਲ ਜਨਕ ਮੋਤੀ, ਜਨਕ ਦਾ ਅਰਥ ਹੈ ਜਾਣੋ, ਸਮਝੋ। ਭਾਈ ਤਾਰਿਆਂ ਨੂੰ ਮੋਤੀ ਸਮਝ ਲਿਓ, ਆਕਾਸ਼ ਨੂੰ ਥਾਲ ਸਮਝ ਲਿਓ, ਸੂਰਜ ਤੇ ਚੰਦਰਮਾ ਨੂੰ ਦੀਵੇ ਸਮਝ ਲਿਓ। ਇਹ ਨਾ ਹੋਏ ਆਪਣੇ ਦੀਵੇ ਬਾਲਣ 'ਚ ਹੀ ਸਾਰੀ ਜ਼ਿੰਦਗੀ ਲੰਘ ਜਾਏ, ਜੀ ਵੀਰਵਾਰ ਆ ਗਿਆ ਦੀਵਾ ਬਾਲਣ, ਇਹ ਨਾ ਹੋਏ ਉੱਧਰ ਹੀ ਜ਼ਿੰਦਗੀ ਲੰਘ ਜਾਏ। ਤੇ ਜਨਕ ਮੋਤੀ, ਮੋਤੀਆਂ ਵਰਗੇ ਨੇ ਤਾਰੇ ਸਾਹਿਬ ਕਹਿੰਦੇ। ਧੂਪ ਮਲਿਆ ਨਾਲੋਂ, ਮੱਲਿਆ ਪਰਬਤ ਦੱਖਣ ਵਾਲੇ ਪਾਸੇ ਤੋਂ ਜਿਹੜੀ ਸਾਹਿਬ ਕਹਿੰਦੇ ਹਵਾ ਆਉਂਦੀ ਹੈ ਨਾ, ਖੁਸ਼ਬੂ ਨਾਲ ਭਰੀ ਹੋਈ, ਇਹਨੂੰ ਧੂਪ ਸਮਝ ਲਿਆ ਜਾਏ। ਪਵਨ ਚਵਰੋ ਕਰੇ, ਹਵਾ ਚਵਰ ਕਰ। ਰੱਬ ਨੂੰ ਚਵਰ ਕੀ ਕਰਾਂਗੇ? ਆ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਚਵਣ, ਆਪਾਂ ਕਹਾਂਗੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਚਵਰ ਕਿਉਂ ਕੀਤਾ ਜਾ ਰਿਹਾ? ਕਿਉਂਕਿ ਸਾਡੇ ਸਤਿਗੁਰੂ ਰਾਜ ਤੇ ਜੋਗ ਨੇ, ਮੀਰੀ ਤੇ ਪੀਰੀ ਦੇ ਮਾਲਕ ਨੇ ਸਤਿਗੁਰੂ। ਜਿਹੜਾ ਚਵਰ ਹੈ ਨਾ ਗੁਰਮੁਖੋ, ਇਹ ਮੀਰੀ ਦਾ ਪ੍ਰਤੀਕ ਹੈ, ਰਾਜ ਸੱਤਾ ਦਾ ਪ੍ਰਤੀਕ ਹੈ। ਜਿਹੜਾ ਚਵਰ ਹੈ ਸ਼ਬਦ ਪੀਰੀ ਦਾ ਪ੍ਰਤੀਕ ਹੈ। ਆ ਤਿੰਨ ਚੀਜ਼ਾਂ ਨੇ, ਛਤਰ ਹੈ, ਤਖਤ ਹੈ, ਚਵਰ ਹੈ। ਇਹ ਕਿਹਦਾ ਪ੍ਰਤੀਕ ਹੈ? ਇਹ ਮੀਰੀ ਦਾ, ਮੀਰੀ ਦਾ ਅਰਥ ਹੈ ਬਾਦਸ਼ਾਹਤ ਦਾ। ਸਤਿਗੁਰ ਦੀ ਕਿਤਨੇ ਤਖਤਾਂ ਵਾਲੇ ਚਵਰਾਂ ਵਾਲੇ ਨਹੀਂ ਰਹੇ, ਇਹ ਸਤਿਗੁਰ ਦੀ ਬਾਦਸ਼ਾਹਤ ਦਾ ਪ੍ਰਤੀਕ ਹੈ, ਆਭਾ ਦਾ ਪ੍ਰਤੀਕ ਹੈ। ਗੁਰੂ ਕਾ ਸ਼ਬਦ ਪੀਰੀ ਹੈ ਸ਼ਬਦ ਦੇ ਅੰਦਰ। ਤੋ ਸਾਹਿਬ ਨੇ ਜਿੱਥੇ ਹੁਣ ਜਿਹੜਾ ਮਾਲਕ ਵਾਹਿਗੁਰੂ ਕਾਲ ਪੁਰਖ ਪਵਨ ਚਵਰੋ ਕਰੇ, ਸਾਹਿਬ ਕਹਿੰਦੇ ਉਹਨੂੰ ਪਵਨ ਚਵਰ ਕਰ ਰਹੀ ਹੈ। ਸਗਲ ਬਨਰਾਏ ਫੂਲੰਤ ਜੋਤੀ। ਆ ਜਿੰਨੀ ਬਣ ਰਾਏ, ਜਿੰਨੀ ਆ ਵਨਸਪਤੀ ਆਪਾਂ ਕਹਿ ਲਈਏ, ਗੁਰਦੇਵ ਕਹਿੰਦੇ ਸਾਰੀ ਆ ਜਿਸ ਮਾਲਕ ਦੇ ਰੱਬੀ ਜੋਤ ਕਰਕੇ ਸਭ ਕੁਝ ਪ੍ਰਗਟ ਹੋਇਆ, ਜੋਤ ਸਰੂਪ ਵਾਹਿਗੁਰੂ ਕਾਲ ਪੁਰਖ।
ਜਿਹਦੇ ਕਰਕੇ ਜਿੰਨੀ ਵਨਸਪਤੀ 'ਚ ਹਰਿਆਵਲ ਹੈ ਕਰਤੇ ਮਾਲਕ ਵਾਹਿਗੁਰੂ ਨੇ ਪੈਦਾ ਕੀਤੀ ਹੈ। ਸਾਹਿਬ ਕਹਿੰਦੇ ਕਿੱਡਾ ਸੋਹਣਾ ਇਹ ਪਸਾਰਾ ਵਰਤ ਰਿਹਾ, ਸਗਲ ਬਨਰਾਏ ਫੂਲੰਤ ਜੋਤੀ, ਤੋੜਨ ਦੀ ਲੋੜ ਨਹੀਂ। ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨੇ। ਠੀਕ ਹੈ, ਡੈਕੋਰੇਸ਼ਨ ਵਾਸਤੇ ਆਪਾਂ ਕਹਿ ਸਕਦੇ ਹਾਂ, ਸਜਾਵਟ ਵਾਸਤੇ ਫੁੱਲ ਕਹਿ ਸਕਦੇ ਹਾਂ, ਪਰ ਫੁੱਲ ਭੇਟ ਕਰਕੇ ਨਾ ਕਹੀਏ ਵੀ ਰੱਬ ਨੇ ਖੁਸ਼ ਹੋ ਜਾਣਾ। ਮੈਂ ਬੇਨਤੀ ਕਰਾਂ, ਗੁਰਦੁਆਰਾ ਸਾਹਿਬ ਵੀ ਡੈਕੋਰੇਸ਼ਨ ਹੁੰਦੀ ਹੈ, ਇਹ ਸਜਾਵਟ ਦਾ ਇੱਕ ਸਾਧਨ ਮੰਨ ਸਕਦੇ ਹਾਂ, ਇਹ ਪੂਜਾ ਦੀ ਸਮੱਗਰੀ ਨਹੀਂ ਹੈ। ਗੁਰਮੁਖ ਪਿਆਰਿਓ, ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰਜੀਓ, ਭੂਲੀ ਮਾਲਣੀ ਹੈ ਇਹ ਸਤਿਗੁਰ ਜਾਗਤਾ ਹੈ। ਮਾਲਣ ਕਿੱਡਾ ਭੁੱਲ ਗਈ, ਇਹ ਵੀ ਖਿਆਲ ਨਹੀਂ ਆਇਆ ਵੀ ਫੁੱਲ ਤੇ ਖਿੜਿਆ ਹੀ ਉਸ ਵਾਸਤੇ ਹੈ, ਕਰਤੇ ਮਾਲਕ ਵਾਸਤੇ। ਫੁੱਲ ਦੇ ਵਿੱਚ ਉਹਦੀ ਖੂਬਸੂਰਤੀ ਹੈ ਮੇਰੇ ਮਾਲਕ ਵਾਹਿਗੁਰੂ ਦੀ, ਉਹੀ ਸੀ। ਭੁੱਲ ਗਈ ਮਾਲਣ, ਭੁੱਲ ਗਈ ਲੁਕਾਈ। ਇੰਨੇ ਕੁ ਭੁੱਲ ਗਏ, ਮੈਂ ਵੇਖਣਾ ਹੁੰਨਾ ਕਈ ਵਾਰ ਰੋਕੀ ਪੜ੍ਹੇ ਲਿਖੇ ਗੱਡੀਆਂ ਰੋਕ ਕੇ ਥੋੜ੍ਹਾ ਜਿਹਾ ਦਰਿਆ ਆ ਜਾਏ ਤੇ ਉੱਥੇ ਫੁੱਲ ਸੁੱਟਦੇ ਨੇ, ਨਾਰੀਅਲ ਸੁੱਟਦੇ ਨੇ। ਮੁਸ਼ਕਿਲ ਸਾਡੇ ਸਮਾਜ ਦੀ ਇਹ ਹੈ, ਅਗਿਆਨਤਾ ਕਰਕੇ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਸੁੱਟੀ ਜਾ ਰਹੇ ਆ। ਨਾਰੀਅਲ ਖਾਣ ਵਾਲਾ ਹੈ, ਰੋੜਨ ਵਾਲਾ ਨਹੀਂ, ਉਹ ਰੋੜਤਾ, ਤੇ ਜਿਹੜੀਆਂ ਰੋੜਨ ਵਾਲੀਆਂ ਸੀ ਉਹ ਖਾਈ ਜਾ ਰਹੇ, ਉਹ ਪੀ ਜਾ ਰਹੇ। ਜਿਹੜੀ ਰੋੜਨ ਵਾਲੀ ਚੀਜ਼, ਅਗਿਆਨਤਾ ਹੈ ਸਾਡੇ ਸਮਾਜ ਦੀ। ਨਾਰੀਅਲ ਖਾਣ ਵਾਲਾ ਸੀ ਉਹ ਰੋੜ ਰਹੇ ਆਪਾਂ, ਪਾਣੀਆਂ 'ਚ ਫੁੱਲ ਰੋੜ ਰਹੇ ਹਾਂ। ਨਦੀਆਂ ਹੋਰ ਕਿਸੇ ਨੇ ਥੋੜ੍ਹਾ ਮੈਲੀਆਂ ਕੀਤੀਆਂ। ਤੇ ਗੁਰਮੁਖ ਪਿਆਰਿਓ, ਇਹ ਜਿੰਨਾ ਚਿਰ ਤੱਕ ਇਹ ਅਗਿਆਨਤਾ ਰਹੇਗੀ, ਕਰਮ ਚੱਲਦੇ ਰਹਿਣਗੇ ਚੱਲਦੇ ਰਹਿਣਗੇ, ਪਰ ਜੀਵਨ ਨਹੀਂ ਬਦਲਣਾ ਫਰੀਦਾ, ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਬਾਬਾ ਫਰੀਦ ਜੀ ਕਹਿੰਦੇ ਛੱਡ ਨਾ ਉਹ ਕੰਮ ਜਿਨ੍ਹਾਂ ਕੰਮਾਂ ਨਾਲ ਸਾਈਂ ਦੇ ਦਰਬਾਰ ਦੀ ਖੁਸ਼ੀ ਨਹੀਂ ਮਿਲਦੀ, ਨਹੀਂ ਮਿਲਦੀ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕੈਸੀ ਆਰਤੀ ਹੋਏ ਵਾਹਿਗੁਰੂ, ਕਿੱਡੀ ਸੋਹਣੀ ਤੇਰੀ ਆਰਤੀ ਹੋ ਰਹੀ ਹੈ। ਥਾਲ ਕਿੱਡਾ ਵੱਡਾ ਹੈ, ਆਕਾਸ਼ ਰੂਪ ਅੰਦਰ, ਤਾਰੇ ਮੋਤੀਆਂ ਰੂਪ ਅੰਦਰ, ਚੰਦਰਮਾ ਸੂਰਜ ਦੀਵੇ ਰੂਪ ਅੰਦਰ। ਸੋਹਣੀ ਮੱਲਿਆ ਪਰਬਤ ਦੱਖਣ ਵਾਲੇ ਪਾਸੇ ਤੋਂ ਆਉਂਦੀ ਹਵਾ ਤੂਫ ਵਰਗੀ ਹੈ, ਹਵਾ ਪੌਣ ਚਵਰ ਕਰਦੀ ਹੈ। ਅਨਹਤਾ ਸ਼ਬਦ ਵਾਜੰਤ ਭੇਰੀ, ਕਿੰਨੀ ਸੋਹਣਾ ਨਾਦ ਜੀਵਾਂ ਦੇ ਵਿੱਚ ਤੇਰਾ ਵੱਜਦਾ ਪਿਆ ਰਹਾ। ਤੋ ਸਤਿਗੁਰ ਅੱਗੇ ਸ਼ਬਦ ਅੰਦਰ, ਇਹ ਜੇ ਆਪਾਂ ਇਸ ਸ਼ਬਦ ਨੂੰ ਸਮਝਣਾ ਹੋਵੇ, ਇਹ 3 ਪਾਰਟ ਨੇ ਇਸ ਪਾਵਨ ਸ਼ਬਦ ਦੇ। ਬੜਾ ਗਹਿਰਾ ਸ਼ਬਦ ਹੈ ਗੁਰਮੁਖ ਹੋਏ, ਇਹਦੀ ਵਿਆਖਿਆ ਬੜੀ ਗਹਿਰੀ ਹੈ। ਹੁਣ ਵੇਖੋ ਸਾਹਿਬ ਜੀ ਕੀ ਕਹਿ ਰਹੇ ਨੇ, ਸਹਸ ਤਵ ਨੈਣ। ਸਹਿਸ ਦੇ ਅਰਥ 100 ਵੀ ਮੰਨੇ ਜਾਂਦੇ ਨੇ, 1000 ਵੀ ਮੰਨੇ ਜਾਂਦੇ ਨੇ। ਸਹਿਸ 100 ਜਾਂ ਜ਼ਿਆਦਾਤਰ ਇਹ 1000 ਵਾਸਤੇ ਆਉਂਦਾ। ਤੋ ਸਹਿਸ ਤਵ ਨਾਨ, ਇੱਕ ਹੁਣ ਵੇਖੋ ਸਤਿਗੁਰ ਕਹਿ ਰਹੇ ਵਾਹਿਗੁਰੂ ਤੇਰੇ 1000 ਅੱਖਾਂ ਨੇ ਪਰ ਤੇਰੀ ਇੱਕ ਵੀ ਅੱਖ ਨਹੀਂ। ਹੁਣ ਆਪਾਂ ਹੈਰਾਨ ਹੋਵਾਂਗੇ ਵੀ ਸਤਿਗੁਰੂ ਇੱਕ ਪਾਸੇ ਕਹਿੰਦੇ ਉਹ ਤੇਰੀਆਂ 1000 ਅੱਖਾਂ ਨੇ, ਦੂਜੇ ਪਾਸੇ ਕਹਿੰਦੇ ਉਹ ਵਾਹਿਗੁਰੂ ਤੇਰੀ ਕੋਈ ਅੱਖ ਨਹੀਂ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਤੇਰਾ ਕੋਈ ਨੈਣ ਨਹੀਂ। ਹੁਣ ਇੱਥੇ ਸਤਿਗੁਰ ਕਹਿੰਦੇ ਨੇ ਜਿੰਨੀਆਂ ਵੀ ਅੱਖਾਂ ਨੇ ਉਹਨਾਂ ਰਾਹੀਂ ਮਾਲਕ ਹੀ ਵੇਖ ਰਿਹਾ ਸਰਗੁਣ ਰੂਪ ਅੰਦਰ। ਸਰਗੁਣ ਸਾਡਾ ਸਰੀਰ ਹੈ, ਜਿੰਨੇ ਜੀ ਜੰਤ ਨੇ। ਜੇ ਉੱਥੇ ਵੇਖੀਏ ਤੇਰੀਆਂ 1000 ਅੱਖਾਂ ਨੇ, ਪਰ ਇਹ ਨਾ ਹੋਏ ਵੀ ਕੋਈ ਤੇਰੀ ਮੂਰਤੀ ਬਣਾ ਕੇ ਅੱਖਾਂ ਬਣਾ ਦੇ ਪੂਜਣ ਲੱਗ ਪਏ। ਨਿਰਗੁਣ ਰੂਪ ਅੰਦਰ, ਅਦ੍ਰਿਸ਼ ਰੂਪ ਅੰਦਰ, ਜੋਤ ਰੂਪ ਦੇ ਵਿੱਚ ਵਾਹਿਗੁਰੂ ਤੇਰੀ ਕੋਈ ਵੀ ਅੱਖ ਨਹੀਂ, ਕੋਈ ਵੀ ਅੱਖ ਨਹੀਂ। ਬੜੇ ਕਿੱਡੇ ਸੋਹਣੇ ਬੋਲ ਨੇ ਸਤਿਗੁਰ ਦੇ, ਜੋ ਕਿਸੇ ਦਾਨੇ ਨੇ ਗੱਲ ਆਖੀ ਹੈ, खुदा को आदम मत कहो खुदा आदम नहीं, लेकिन खुदा आदम से जुदा भी नहीं। बंदे नूं रब ना आखो, मेरे वर्गियां दे गल च ब्रह्म ਗਿਆਨੀਆਂ ਦੀਆਂ ਤਖਤੀਆਂ ना पाओ। मैं बेनती कर ना पाइए, बड़े आ गए। हाँ, बंदा खुदा तो वखरा भी नहीं है, ਉਹਦਾ ਹੀ ਰੂਪ ਹੈ ਨਾ। ਸਭਨਾ ਮਨ ਮਾਣਕ, ਸਾਰਿਆਂ ਦੇ ਮਨ ਮੋਤੀ ਹੈ, ਜਿੱਥੇ ਮਾਲਕ ਦਾ ਵਸ ਹੈ। ਸਾਰਿਆਂ ਦੇ ਹਿਰਦੇ 'ਚ ਵਸ ਰਿਹਾ, ਰੁਮਕ ਰਿਹਾ, ਵਰਤ ਰਿਹਾ ਹੈ। ਕਿੰਨੇ ਰੂਪ ਨੇ ਉਹਦੇ।
ਸੋ ਸਤਿਗੁਰ ਜਿੱਥੇ ਬਾਹਰੀ ਪਸਾਰੇ ਦਾ ਜ਼ਿਕਰ ਕਰਦੇ ਨੇ, ਆਕਾਰ ਸਰੀਰ ਦਾ ਜ਼ਿਕਰ ਕਰਦੇ ਨੇ, ਉੱਥੇ ਅੱਖਾਂ ਦਾ ਜ਼ਿਕਰ ਕਰਦੇ ਨੇ। ਜਿੱਥੇ ਸਾਹਿਬ ਕਹਿੰਦੇ ਤੂੰ ਜੋਤ ਰੂਪ ਦੇ ਵਿੱਚ ਹੈ, ਤੇਰੀ ਕੋਈ ਅੱਖ ਨਹੀਂ ਬਣਾਈ ਨਹੀਂ ਜਾ ਸਕਦੀ। ਨਿਰਗੁਣ ਦੀ ਕੋਈ ਤਸਵੀਰ, ਪੱਖੇ ਦੀ ਤਸਵੀਰ ਬਣਾ ਲਓ, ਏਸੀ ਦੀ ਬਣਾ ਲਓ, ਹੀਟਰ ਦੀ ਬਣਾ ਲਓ, ਮੈਂ ਤੁਹਾਨੂੰ ਕਹਾਂ ਵੀ ਕੋਈ ਬਿਜਲੀ ਦੀ ਤਸਵੀਰ ਬਣਾ ਦੇ, ਨਹੀਂ ਬਣੇਗੀ। ਆਕਾਸ਼ ਦੀ ਕੋਈ ਤਸਵੀਰ ਬਣਾ ਦੇ, ਨਹੀਂ ਬਣੇਗੀ। ਸਰੀਰ ਦਿਸਦਾ, ਆਤਮਾ ਦੀ ਕੋਈ ਤਸਵੀਰ ਬਣਾ ਦੇ, ਨਹੀਂ ਬਣ ਸਕਦੀ। ਉਹ ਤੇ ਜੀਵਨ ਦੀ ਰੋਹ ਹੈ, ਉਹ ਤੇ ਸਾਡੇ ਜੀਵਨ ਦੇ ਰੋਂ ਦੇ ਵਿੱਚ ਸਮਾਈ ਹੋਈ ਸੱਤਾ ਹੈ। ਕੋਈ ਕਹੇ ਵੀ ਧਰਤੀ ਦੀ ਗ੍ਰੈਵਿਟੀ ਦੀ ਕੋਈ ਤਸਵੀਰ ਬਣਾ ਲੇ, ਕਿਵੇਂ ਬਣਾਵਾਂਗੇ? ਇਸੇ ਤਰ੍ਹਾਂ ਮੇਰੇ ਗੁਰਦੇਵ ਕਹਿੰਦੇ ਵਾਹਿਗੁਰੂ ਬਾਹਰੀ ਪਸਾਰਾ ਜਿੰਨਾ ਵੀ ਹੈ, ਜੇ ਆਪਾਂ ਆਕਾਰ ਦੀ ਗੱਲ ਕਰੀਏ, ਕਿਸੇ ਸੱਜਣ ਨੇ ਕਿਹਾ ਇੱਕ ਦੀਵਾ ਬੁੱਤਖਾਨੇ ਮੰਦਰ 'ਚ ਬਲਦਾ, ਇੱਕ ਮਸੀਤ ਵਿੱਚ ਬਲਦਾ। सब में नूर तेरा ही है, दिया मस्जिद का हो ਜਾਂ ਬੁੱਤਖਾਨੇ का। ਠੀਕ ਹੈ, ਉਹ ਦੀਵਾ ਮਸਜਿਦ ਵਿੱਚ ਬਲ ਰਿਹਾ ਹੈ ਜਾਂ ਮੰਦਰ 'ਚ ਬਲ ਰਿਹਾ ਹੈ, ਜੋਤ ਇੱਕੋ ਹੀ ਹੈ। ਠੀਕ ਹੈ, ਵਾਹਿਗੁਰੂ ਆਕਾਰ ਕਿਸ ਵੀ ਰੂਪ ਦਾ ਹੋਏ, ਤੇਰੀ ਸੱਤਾ ਸਭਨਾ 'ਚ ਇੱਕੋ ਜਿਹੀ ਹੈ। ਰਮਿਆ ਤੂੰ ਮੌਜੂਦ ਹੈ। ਤੋ ਸਤਿਗੁਰ ਅੱਗੇ ਆਖਦੇ ਨੇ ਸਹਸ ਮੂਰਤ ਨੰਨਾ ਏਕ ਤੋਹੀ। हे ਮੇਰੇ ਮਾਲਕ ਵਾਹਿਗੁਰੂ, ਤੇਰੀਆਂ ਹਜ਼ਾਰ ਮੂਰਤਾਂ ਨੇ, ਪਰ ਤੇਰੀ ਇੱਕ ਵੀ ਮੂਰਤੀ ਨਹੀਂ ਹੈ। ਜਿੱਥੇ ਸਾਡੇ ਸਰੀਰਾਂ ਦੀ ਗੱਲ ਕਰੀਏ, ਜੀਵਾਂ ਦੀ ਗੱਲ ਕਰੀਏ, ਉੱਥੇ ਵਾਹਿਗੁਰੂ ਕਾਲ ਪੁਰਖ ਤੇਰੀਆਂ ਹਜ਼ਾਰਾਂ ਹੀ ਮੂਰਤਾਂ ਨੇ, ਸਭਨਾਂ 'ਚ ਤੂੰ ਤੁਰਿਆ ਫਿਰਦਾ ਹੈ, ਵਰਤ ਰਹੇ, ਮੌਜੂਦਗੀ ਹੈ ਤੇਰੀ। ਪਰ ਵਾਹਿਗੁਰੂ ਕਾਲ ਪੁਰਖ ਤੇਰੀ ਇੱਕ ਵੀ ਮੂਰਤੀ ਨਹੀਂ ਹੈ। ਤੇਰੇ ਨਿਰਗੁਣ ਸਰੂਪ ਦੀ, ਜੋਤ ਸਰੂਪ ਦੀ, ਉਹ ਸੱਤਾ ਰੂਪ ਅੰਦਰ ਤੈਨੂੰ ਨਹੀਂ ਪਕੜਿਆ ਜਾ ਸਕਦਾ। ਸਹਿਜ ਪਦ ਬਿਮਲ ਨਨ ਏਕ ਪਦ। ਪਦ ਕਹਿੰਦੇ ਨੇ ਪੈਰ ਨੂੰ। ਵਾਹਿਗੁਰੂ ਤੇਰੇ ਹਜ਼ਾਰਾਂ ਹੀ ਪੈਰ ਨੇ, ਭੱਜਾ ਫਿਰਦਾ। ਕੋਈ ਕਾਰੋ ਦੁਕਾਨ ਵੱਲ ਜਾ ਰਿਹਾ, ਕੋਈ ਮਕਾਨ ਵੱਲ ਜਾ ਰਿਹਾ, ਕੋਈ ਕੰਮ ਕਰਨ ਜਾ ਰਿਹਾ, ਕੋਈ ਕਰਕੇ ਆ ਰਿਹਾ। ਕਿੰਨੇ ਕਦਮ ਨੇ ਤੇਰੇ ਹੀ ਨੇ। ਤੇ ਨਾਲ ਹੀ ਸਾਹਿਬ ਨੇ ਨਿਰਗੁਣ ਰੂਪ ਦਾ ਜ਼ਿਕਰ ਕੀਤਾ, ਤੇਰਾ ਕੋਈ ਵੀ ਪੈਰ ਨਹੀਂ ਹੈ। ਕਦੇ ਆਪਾਂ ਸੋਚੀਏ ਵੀ ਗੁਰੂ ਦੇ ਪੀੜੇ ਦੇ ਫੜ ਲਈਏ ਤਾਂ ਸਮਝ ਲਓ ਗੁਰੂ ਦੇ ਚਾਰ ਪੈਰ ਫੜ ਲਏ। ਗੁਰਮੁਖ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਬੜੀ ਵੱਡੀ ਦਾਤ ਬਖਸ਼ੀ ਹੈ। ਤੇ ਮੈਂ ਹੋਰ ਬੇਨਤੀ ਕਰਾਂ, ਜੇ ਆਪਾਂ ਦੋ ਜਮਾਤਾਂ ਨੂੰ ਸਾਹਮਣੇ ਰੱਖੀਏ, ਇੱਕ ਸਨਾਤਨ ਮਤ, ਇੱਕ ਮੋਮਨੀਆਂ ਨੂੰ, ਮੁਸਲਮਾਨਾਂ ਨੂੰ, ਇੱਕਾਂ ਨੇ ਬਿਲਕੁਲ ਆਕਾਰ ਪਕੜ ਲਿਆ, ਮੂਰਤੀਆਂ ਪਕੜ ਲਈਆਂ, ਇੱਕ ਨੇ ਬਿਲਕੁਲ ਰੱਦ ਕਰ ਦਿੱਤਾ। ਗੁਰੂ ਨਾਨਕ ਦੇ ਇਸ ਵਿਹੜੇ 'ਚ ਸਰਗੁਣ ਦੀ ਵੀ ਗੱਲ ਆਉਂਦੀ ਹੈ, ਨਿਰਗੁਣ ਦੀ ਵੀ ਗੱਲ ਆਉਂਦੀ ਹੈ, ਦੋਨਾਂ ਦਾ ਸੁਮੇਲ। ਇੱਥੇ ਗੁਰਦੇਵ ਨੇ ਦੋਨਾਂ ਨੂੰ ਸਾਹਮਣੇ ਰੱਖੇ। ਸਰਗੁਣ ਵੀ ਹੈ, ਆ ਜੀਵਾਂ ਦੇ ਵਿੱਚ ਮਾਲਕ ਵਰਤ ਰਹੇ, ਨਿਰਗੁਣ ਵੀ ਹੈ, ਸਭਨਾ ਤੋਂ ਤੂੰ ਨਿਰਲੇਪ ਹੈ। ਇੱਥੇ ਦੋਨਾਂ ਨੂੰ ਪ੍ਰਵਾਨ ਕੀਤਾ ਹੈ। ਪਰ ਸਾਹਿਬ ਕਹਿੰਦੇ ਸਰਗੁਣ ਨੂੰ ਆਧਾਰ ਬਣਾ ਕੇ ਨਿਰਗੁਣ ਤੱਕ ਪਹੁੰਚ ਜਾਏ। ਜਿਵੇਂ ਬੱਚੇ ਨੂੰ ਕਹਿੰਦੇ ਊੜਾ ਊਠ ਆਧਾਰ ਬਣਾਇਆ, ਉਹ ਸਾਧਨ ਹੈ, ਉਹ ਤਸਵੀਰ ਇੱਕ ਸਹਾਰਾ ਹੈ ਵੀ ਇਹ ਅਸਲੇ ਤੱਕ ਪਹੁੰਚ ਜਾਏ। ਇਸੇ ਤਰ੍ਹਾਂ ਸਤਿਗੁਰਾਂ ਨੇ ਇਸ ਦਿਸਦੇ ਪਸਾਰੇ ਨੂੰ ਆਧਾਰ ਬਣਾਇਆ। ਤੇ ਜੇ ਬੰਦਾ ਇਹਦੇ ਤੱਕ ਹੀ ਰੁਕ ਜਾਏ ਫਿਰ ਬੜੀ ਮੁਸ਼ਕਿਲ ਹੋਏਗੀ। ਕੋਈ ਬੱਚਾ ਸੇਬ ਤੱਕ ਹੀ ਰੁਕ ਗਿਆ, ਕੱਕਾ ਕਬੂਤਰ। ਕੋਈ ਬੱਚਾ ਸੀ ਪੜ੍ਹਨ ਗਿਆ ਸਕੂਲ, ਅਧਿਆਪਕ ਨੇ ਕਿਹਾ ਕਹਿ ਊੜਾ ਊਠ, ਉਹਨੇ ਕਿਹਾ ਊੜਾ ਬੋਤਾ। ਉਹ ਵੀ ਅਧਿਆਪਕ ਨੇ ਫਿਰ ਕਿਹਾ ਨਹੀਂ ਭਾਈ ਊੜਾ ਊਠ ਕਹਿ, ਕਹਿੰਦਾ ਨਹੀਂ ਊੜਾ ਬੋਤਾ। ਹੁਣ ਆਪਣੀ ਪੰਜਾਬੀ 'ਚ ਬੋਤਾ ਵੀ ਊਠ ਨੂੰ ਕਿਹਾ ਜਾਂਦਾ। ਉਹ ਨਹੀਂ ਮੰਨਿਆ, ਕਹਿਣ ਲੱਗਾ ਚੱਲ ਆਪਣੇ ਭਾਪੇ ਨੂੰ, ਪਿਤਾ ਨੂੰ ਕੱਲ ਬੁਲਾ ਕੇ ਲਿਆਈ। ਤੋ ਅਗਲੇ ਦਿਨ ਉਹਦਾ ਪਿਤਾ ਜੀ ਨਾਲ ਆਏ। ਅਧਿਆਪਕ ਨੇ ਕਿਹਾ ਵੀ ਮੁਸ਼ਕਲ ਹੈ ਤੇਰੇ ਬੱਚੇ ਨੂੰ ਪੜ੍ਹਾਈ ਦੇ ਵਿੱਚ। ਮੈਂ ਕਹਿੰਦਾ ਵੀ ਊੜਾ ਊਠ, ਇਹ ਕਹਿੰਦਾ ਊੜਾ ਬੋਤਾ, ਉਹ ਬੋਤਾ। ਤੇ ਉਹਦਾ ਪਿਤਾ ਕਹਿਣ ਲੱਗਾ ਅਧਿਆਪਕ ਨੂੰ ਵੀ ਕੀ ਫਰਕ ਪੈਂਦਾ ਹੈ ਤੇ ਬੋਤਾ ਹੀ ਹੈ ਨਾ, ਕੀ ਫਰਕ ਪੈਣ ਲੱਗਾ ਜੇ ਬੋਤਾ ਕਹਿ ਦੇਗਾ। ਅਧਿਆਪਕ ਨੇ ਕਿਹਾ ਫਰਕ ਬਹੁਤ ਪੈਂਦਾ। ਗੱਲ ਇਹ ਨਹੀਂ ਹੈ ਊਠ ਤੇ ਬੋਤੇ ਦੀ,
ਗੱਲ ਇਹ ਹੈ ਵੀ ਇਹਨੂੰ ਊੜੇ ਦਾ ਗਿਆਨ ਤਾਂ ਹੋਏਗਾ ਜੇ ਇਹ ਊੜਾ ਊਠ ਪੜੇਗਾ। ਉਹਨੇ ਕਿਹਾ ਵੀ ਗੱਲ ਤੇ ਊੜੇ ਦੀ ਹੈ ਨਾ ਗੁਰਮੁਖ ਪਿਆਰੇ, ਤੇ ਜੇ ਇਹ ਬੋਤਾ ਪਕੜ ਕੇ ਬਹਿ ਗਿਆ ਵੀ ਨਹੀਂ ਬੋਤਾ ਹੈ, ਫਿਰ ਤੇ ਊੜੇ ਦਾ ਗਿਆਨ ਨਹੀਂ ਲੈ ਸਕਦਾ। ਤੇ ਜਿਨ੍ਹਾਂ ਨੇ ਆਕਾਰ ਪਕੜ ਲਏ, ਮਾਫ ਕਰਨਾ ਮਾਲਾ ਵੀ ਮੁਬਾਰਕ ਹੈ, ਠੀਕ ਹੈ, ਸਾਧਨ ਸੀ ਵਰਤੇ ਸੀ। ਮੈਂ ਬੇਨਤੀ ਕਰਾਂ, ਉਹ ਸਾਧਨ ਸੀ ਵੀ ਚਲੋ ਤੁਰਦਿਆਂ ਕਰਦਿਆਂ ਰੱਬ ਦਾ ਚੇਤਾ ਆਏ, ਤੇ ਕਈ ਮਾਲਾ ਨਾਲ ਹੀ ਜੁੜ ਗਏ। ਮੈਨੂੰ ਕਹਿਣ ਦੇਣ, ਉਹ ਸਾਡੇ ਵੀ ਅੱਜ ਕੱਲ੍ਹ ਕਾਊਂਟਰ ਪਕੜਾ ਦਿੰਦੇ। ਮੈਂ ਪੁੱਛਿਆ ਵੀ ਆਹ ਕੀ? ਮੈਂ ਕਿਹਾ ਭਾਈ ਸਾਹਿਬ ਏਡੀ ਵੱਡੀ ਛਾਪ ਪਾਈ ਫਿਰਦੇ, ਇਹ ਅੰਗੂਠੀ ਕਿਹੜੀ ਪਾਈ ਹੈ? ਕਹਿੰਦੇ ਨਹੀਂ ਭਾਈ ਸਾਹਿਬ ਜੀ ਛਾਪ ਨਹੀਂ। ਮੈਂ ਕਿਹਾ ਕੀ ਹੈ? ਕਹਿੰਦੇ ਇਹ ਕਾਊਂਟਰ ਹੈ, ਅੱਜ ਕੱਲ੍ਹ ਮਿਲਦੇ ਨੇ ਨਾਲ ਦੀ ਨਾਲ ਕਾਊਂਟ ਹੋਈ ਜਾਂਦਾ, ਕਿੰਨਾ ਮੂਲ ਮੰਤਰ ਹੋ ਗਿਆ, ਕਿੰਨੇ ਪਾਠ। ਮੈਂ ਫਿਰ ਤੁਸੀਂ ਵਪਾਰੀ ਬਣ ਗਏ, ਫਿਰ ਤੇ ਵਪਾਰੀ ਬਣ ਗਏ। ਜੇ ਉਹ ਦੇਣ ਲੱਗਿਆ ਨਹੀਂ ਗਿਣਦਾ ਤੇ ਅਸੀਂ ਨਾਮ ਲੈਣ ਲੱਗਿਆ ਕਿਉਂ ਗਿਣਤੀਆਂ ਮਿਣਤੀਆਂ ਕਰੀਏ? ਤੋ ਸਾਧਨ ਸੀ ਇੱਕ ਮਾਲਾ। ਪਰ ਕਈ ਵਾਰ ਭਗਤ ਜੀ ਕਹਿਣ ਲੱਗੇ, ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇ ਲੋਏ। ਭਾਈ ਕਈ ਵਾਰ ਇਹ ਬੰਧਨ ਵੀ ਬੜਾ ਵੱਡਾ ਬਣ ਜਾਂਦਾ ਹੈ, ਕਈ ਵਾਰ ਬੰਦਾ ਇਹਦੇ 'ਚ ਜਕੜਿਆ ਵੀ ਜਾਂਦਾ। ਮੈਂ ਬੇਨਤੀ ਕਰਾਂ ਤੋ ਕੁਝ ਸਮੇਂ ਬਾਅਦ ਉਹ ਸਾਧਨ ਛੁੱਟ ਜਾਣੇ ਚਾਹੀਦੇ ਨੇ। ਜਿਵੇਂ ਬੱਚੇ ਦਾ ਬੋਧਕ ਵਿਕਾਸ ਹੋਇਆ, ਕੁਝ ਸਮੇਂ ਬਾਅਦ ਉਹ ਊੜਾ ਊਠ ਛੁੱਟ ਗਿਆ, ਕੱਕਾ ਕਬੂਤਰ ਛੁੱਟ ਗਿਆ, ਗਿਆਨ ਉਹਨੂੰ ਕੱਕੇ ਦਾ ਗਿਆ। ਇਸੇ ਤਰ੍ਹਾਂ ਗੁਰਦੇਵ ਨੇ ਬਖਸ਼ਿਸ਼ ਕੀਤੀ ਹੈ, ਇਹ ਸਾਡੇ ਸਾਹਮਣੇ ਪਸਾਰੇ ਨੂੰ ਰੱਖਿਆ ਹੈ ਵੀ ਇਹਦੇ ਵੱਲ ਵੇਂਦਿਆਂ ਗਿਆਨ ਲੈਂਦਾ ਕਰਤੇ ਮਾਲਕ ਦਾ ਧਿਆਨ ਜੀਵਨ 'ਚ ਗਹਿਰਾ ਹੋ ਜਾਏ। ਇਹ ਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ। ਤੋ ਸਾਹਿਬ ਆਖਦੇ ਨੇ, ਵਾਹਿਗੁਰੂ ਤੇਰਾ ਇੱਕ ਬਾਹਰੀ ਰੂਪ ਬੜਾ ਭਿੰਨਤਾ ਵਾਲਾ ਹੈ, ਅੰਦਰੂਨੀ ਰੂਪ ਬੜਾ ਏਕਤਾ ਵਾਲਾ ਹੈ। ਸਹਿਸ ਪਦ ਵਿਮਲ ਤੇਰੇ ਬੜੇ ਪਵਿੱਤਰ ਕਦਮ ਨੇ, ਨਨ ਏਕ ਪਦ ਪਰ ਤੇਰਾ ਨਿਰਗੁਣ ਰੂਪ ਅੰਦਰ ਕੋਈ ਵੀ ਪੈਰ ਨਹੀਂ ਹੈ। ਗੰਧ ਬਿਨ ਨਾਸਕਾ ਤੋਂ ਬਿਨੈ ਤੂੰ, ਸਹਸ ਤਵ ਗੰਧ ਪਰ ਹਜ਼ਾਰਾਂ ਤੇਰੀਆਂ ਨਾਸਕਾਵਾਂ ਨੇ, ਸੁੰਘ ਰਿਆਂ ਜੀਵਾਂ 'ਚ। ਏਵ ਚਲਤ ਮੋਹੀ, ਸਾਹਿਬ ਕਹਿੰਦੇ ਇਹ ਚਲਿੱਤਰ ਹੈ ਨਾ ਮੈਨੂੰ ਮੋਹ ਲੈਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਿੱਡੇ ਕੁ ਵਿਸਮਾਦ ਵਿੱਚ ਗੁਰੂ ਨਾਨਕ ਸਤਿਗੁਰੂ ਬਾਣੀ ਉਚਾਰਦੇ ਹੋਣਗੇ। ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਨੂੰ ਪਾ ਕੇ ਗਾਇਆ ਹੈ, ਗਾ ਹੀ ਰਹੇ ਨੇ, ਉਹਨੂੰ ਪਾ ਕੇ ਗਾ ਰਹੇ ਨੇ। ਆਪਾਂ ਗਾ ਕੇ ਪਾਉਂਦੇ। ਗੁਰੂ ਦਾ ਮਾਰਗ ਉਹ ਸ਼ੁਰੂ ਹੋਇਆ ਨਿਰੰਕਾਰ ਤੋਂ। ਅਸੀਂ ਤੇ ਮਾਦਾ ਪ੍ਰਸਤੀ ਆ ਨਾ ਗੁਰਮੁਖੋ, ਖਾਕ ਨੂੰ ਹੀ ਸਭ ਕੁਝ ਮੰਨੀ ਬੈਠੇ। ਧੰਨ ਗੁਰੂ ਨਾਨਕ ਸਾਹਿਬ ਨੇ, ਗੁਰੂ ਸਾਹਿਬਾਨਾਂ ਨੇ ਵਾਹਿਗੁਰੂ ਨੂੰ ਪਾ ਕੇ ਫਿਰ ਗਾਇਆ ਹੈ। ਆਪਾਂ ਕੀ ਕਰਨਾ? ਆਪਾਂ ਗਾ ਕੇ, ਸੁਣ ਕੇ, ਵਿਚਾਰ ਕੇ ਉਹਦੇ ਮਿਲਾਪ ਨੂੰ ਹਾਸਲ ਕਰਨਾ। ਤੋ ਕਿੰਨੇ ਸਤਿਗੁਰੂ ਵਿਸਮਾਦ ਵਿੱਚ ਅੰਮ੍ਰਿਤ ਬੋਲ ਉਚਾਰਨ ਕਰਦੇ ਨੇ। ਇਹ ਚਲਤ, ਇਹ ਚਲਤ ਹੈ, ਇੱਕ ਹੁੰਦਾ ਚੱਲਣਾ, ਇੱਕ ਹੈ ਚਲਤ। ਚਲਿੱਤਰ ਹੈ ਇਹ ਮਾਲਕ ਵਾਹਿਗੁਰੂ ਦਾ ਬੜਾ ਵਿਸਮਾਦੀ। ਸਭ ਮੈਂ ਜੋਤ ਜੋਤ ਹੈ ਸੋਏ, ਸਾਰਿਆਂ ਦੇ ਅੰਦਰ ਮਾਲਕ ਵਾਹਿਗੁਰੂ ਦੀ ਜੋਤ ਹੈ, ਪ੍ਰਕਾਸ਼ ਰੂਪ ਅੰਦਰ। ਤਿਸ ਦੈ ਚਾਨਣ, ਉਹਦੇ ਚਾਨਣ ਨਾਲ ਸਭ ਮੈਂ ਚਾਨਣ ਹੋਏ, ਸਾਰਿਆਂ ਚਾਨਣ। ਤਿੰਨ ਚੀਜ਼ਾਂ ਦਾ ਸੁਮੇਲ ਹੁੰਦਾ ਹੈ। ਜੇ ਆਪਾਂ ਵੀ ਗੱਲ ਕਰੀਏ, ਚਲੋ ਉਦਾਹਰਨ ਲੈ ਲੈਂਦੇ ਹਾਂ। ਲਾਈਟ ਬਲਦੀ ਹੋਏ, ਤਿੰਨ ਚੀਜ਼ਾਂ ਹੁੰਦੀਆਂ ਨੇ, ਇੱਕ ਬਿਜਲੀ ਹੈ, ਇੱਕ ਲਾਈਟ ਬੱਲਬ ਫਿਜ਼ੀਕਲ ਹੈ, ਤੇ ਲਾਈਟ ਬਿਜਲੀ ਤੇ ਬੱਲਬ ਦੇ ਸੁਮੇਲ ਚੋਂ ਇੱਕ ਪ੍ਰਕਾਸ਼ ਪੈਦਾ ਹੋਇਆ। ਬਸ ਇਸੇ ਤਰ੍ਹਾਂ ਇੱਕ ਪਰਮਾਤਮਾ ਵਾਹਿਗੁਰੂ ਦੀ ਜੋਤ ਹੈ, ਦੂਜਾ ਸਾਡੇ ਕੋਲ ਸਰੀਰ ਹੈ, ਦਿਮਾਗ ਹੈ, ਤੇ ਇਹਨਾਂ ਦੋਨਾਂ ਦੇ ਸੁਮੇਲ ਵਿੱਚੋਂ ਚੇਤਨਤਾ ਪੈਦਾ ਹੋਈ। ਜਿੱਥੇ ਆਪਾਂ ਮਨ ਦੀ ਗੱਲ ਕਰਦੇ ਹਾਂ, ਵਿਚਾਰਾਂ ਦੀ ਗੱਲ ਕਰਦੇ ਹਾਂ, ਉਹ ਚੇਤਨਤਾ, ਉਹ ਪ੍ਰਕਾਸ਼ ਵਰਗਾ ਹੈ। ਇਹ ਸੁਮੇਲ ਹੈ, ਜੀਵਨ ਚੱਲ ਰਿਹਾ ਹੈ। ਜਿਸ ਜੋ ਹੁਣ ਬਿਜਲੀ ਨਾ ਹੋਏ ਫਿਰ ਪ੍ਰਕਾਸ਼ ਵੀ ਕਿੱਥੋਂ ਆਉਣਾ ਹੈ, ਬੱਲਬ ਨੇ ਵੀ ਕਿੱਥੇ ਜਗਣਾ। ਜੇ ਜੋਤ ਹੀ ਨਹੀਂ ਹੈ ਫਿਰ ਭਾਂਡੇ ਵੀ ਕਿੱਥੋਂ ਸਿਰਜੇ ਜਾਣੇ ਨੇ। ਤੋ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ। ਤੇ ਗੁਰਦੇਵ ਸਾਨੂੰ ਕਿੱਥੋਂ ਲਿਜਾਣਾ ਚਾਹੁੰਦੇ ਨੇ? ਜਾਤ ਤੋਂ ਤੁਰਦਿਆਂ ਜੋਤ ਵੱਲ ਗੁਰੂ ਲੈ ਜਾ ਰਹੇ ਨੇ। ਕਿਉਂਕਿ ਜਾਤ ਵਿੱਚ ਵਿਤਕਰੇ ਬੜੇ ਨੇ, ਬਹੁਤ ਵਿਤਕਰੇ ਨੇ। ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਨੇ, 12 ਪਿੰਡਾਂ ਦਾ ਸਰਦਾਰ ਸੀ। ਉਹ ਆ ਕੇ ਨਾ ਗੁਰੂ ਅਮਰਦਾਸ ਸਾਹਿਬ ਦੇ ਪਲੰਘੇ ਤੇ ਬਹਿ ਗਏ। ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ। ਸਾਰੀ ਸੰਗਤ ਬੈਠੀ ਸੀ ਸਾਹਿਬ ਦੇ ਚਰਨਾਂ 'ਚ।
ਤੇ ਸੰਗਤ ਬੜੀ ਹੈਰਾਨ ਹੋਈ। ਕਹਿੰਦਾ ਹੈਰਾਨ ਕਾਹਤੋਂ ਹੁੰਦੇ ਹੋਏ, ਮੇਰੇ ਵਰਗਾ ਇਹ ਵੀ ਭੱਲਾ ਮੈਂ ਵੀ ਭੱਲਾ, ਇਹ ਵੀ ਭੱਲਾ ਮੈਂ ਵੀ ਭੱਲਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਉੱਠ ਕੇ ਸੰਗਤ 'ਚ ਬਹਿ ਗਏ। ਸਾਹਿਬ ਕਹਿੰਦੇ ਜੇ ਮੈਂ ਭੱਲਾ ਹੈ ਨਾ ਫਿਰ ਭੱਲਿਆਂ ਜੋਗਾ ਹੀ ਰਹਿ ਜਾਣਾ। ਨਹੀਂ ਭਾਈ, ਮੈਂ ਸੰਗਤ ਜੋਗਾ, ਮੈਂ ਸੰਗਤ ਵਰਗਾ। ਗੁਰੂ ਇੱਕ ਜਮਾਤ ਦਾ ਨਹੀਂ ਹੈ, ਇੱਕ ਜ਼ਾਤ ਦਾ ਨਹੀਂ ਹੈ, ਇੱਕ ਫਿਰਕੇ ਦਾ ਨਹੀਂ ਹੈ, ਇਹ ਸਭ ਦਾ ਹੈ ਨਾ ਸਾਡਾ ਸਤਿਗੁਰ। ਤੇ ਸਤਿਗੁਰ ਜਾਤ ਤੋਂ, ਜਿਹਨੂੰ ਸਾਹਿਬ ਜੀ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੀ। ਭਾਈ ਸਾਂਝ ਪਾਏਗਾ ਨਾ ਜੋਤ ਨਾਲ। ਵਿਤਕਰੇ ਮਿਟਣੇ ਹੀ ਉਦੋਂ ਹੈ ਜਦੋਂ ਸਾਂਝ ਜੋਤ ਨਾਲ ਬਣਦੀ ਹੈ। ਉੱਥੇ ਕੋਈ ਵਿਤਕਰਾ ਨਹੀਂ ਰਹਿ ਜਾਣਾ। ਜਿਸ ਜੋਤ ਕਰਕੇ ਸਭ ਮੈਂ ਚਾਨਣ, ਸਾਰਿਆਂ ਚਾਨਣ, ਸਭ ਮੈਂ ਚਾਨਣ ਹੋਏ। ਗੁਰ ਸਾਖੀ, ਗੁਰੂ ਦੀ ਸਿੱਖਿਆ, ਸਾਖੀ ਸਿੱਖਿਆ ਨਾਲ ਜਦੋਂ ਗੁਰੂ ਦੀ ਗਵਾਹੀ ਜੀਵਨ 'ਚ ਹੋਏ, ਜੋਤ ਪ੍ਰਗਟ ਹੋਏ, ਉਹਦੀ ਲਖਤਾ ਹੋ ਜਾਂਦੀ। ਇਹ ਨਹੀਂ ਵੀ ਅੰਦਰ ਦੀਵਾ ਬਣਨ ਲੱਗ ਪੈਣਾ। ਖਿਆਲੀ ਪੁਲਾ ਨਾ ਸਿੱਖ ਪੁਲਾਏ ਫਲਾਏ ਕਦੇ ਵੀ। ਬਟ ਦੂਜਿਆਂ ਨੇ ਬੜੇ ਫਲਾਏ ਹੋਣਗੇ ਵੀ ਇੱਕ ਜੋਤ ਦਿਸਦੀ ਹੈ, ਬੜਾ, ਉਹ ਤੇ ਇੱਕ ਪ੍ਰਤੀਕ ਹੈ ਗੁਰਮੁਖ ਪਿਆਰੇ। ਜੋਤ ਦਾ ਪ੍ਰਗਟ ਹੋ ਜਾਣਾ, ਜੋਤ ਗਿਆਨ ਅਨੁਭਵ ਰੂਪ ਅੰਦਰ ਪ੍ਰਕਾਸ਼ ਪ੍ਰਗਟ ਹੋ ਗਿਆ। ਪ੍ਰਕਾਸ਼ ਦਾ ਕੀ ਅਰਥ ਹੈ? ਅਨੁਭਵ, ਉਹਦੀ ਲਖਤਾ, ਉਹਦੀ ਹਾਜ਼ਰ ਨਾਜ਼ਰਤਾ ਗੁਰੂ ਰਾਹੀਂ ਪ੍ਰਗਟ ਹੋ ਜਾਂਦੀ ਹੈ। ਫਿਰ ਸਾਹਿਬ, ਹੁਣ ਸਾਹਿਬ ਜੀ ਕਹਿੰਦੇ ਜੋਤ ਸੁਭਾਵ ਹੈ ਸੋ ਆਰਤੀ ਹੋਏ। ਆਰਤੀ ਕੀ ਹੈ? ਜੋ ਵਾਹਿਗੁਰੂ ਨੂੰ ਭਾ ਜਾਏ ਉਹਦੇ ਭਾਣੇ 'ਚ ਰਹਿਣਾ। ਸਮਝ ਲਓ ਰੱਬ ਦਾ ਪਿਆਰਾ ਗੁਰੂ ਕਾ ਸਿੱਖ ਸਦਾ ਹੀ ਆਰਤੀ ਕਰਦਾ ਹੈ, ਜਿਹੜਾ ਉਹਦੇ ਭਾਣੇ 'ਚ ਰਹਿ ਰਿਹਾ। ਹਰ ਚਰਨ ਕਮਲ, ਵਾਹਿਗੁਰੂ ਦੇ ਚਰਨ ਕਮਲ, ਕਿਉਂਕਿ ਕਮਲ ਦੇ ਫੁੱਲ ਚਿੱਕੜ 'ਚ ਨਿਰਲੇਪ ਰਹਿੰਦਾ ਹੈ। ਤਾਂ ਕਰਕੇ ਮੇਰੇ ਸਾਹਿਬ ਨੇ ਚਰਨਾਂ ਨੂੰ ਕਮਲਾਂ ਦੇ ਨਾਲ ਤੁਲਨਾ ਦਿੱਤੀ ਹੈ। ਕਮਲ ਨਿਰਲੇਪ, ਚਿੱਕੜ 'ਚ ਨਹੀਂ। ਵਾਹਿਗੁਰੂ ਇਸੇ ਤਰ੍ਹਾਂ ਤੇਰੇ ਗੁਣ, ਤੇਰੀ ਯਾਦ, ਤੇਰੀ ਸ਼ਰਨ ਬੜੀ ਨਿਰਲੇਪਤਾ ਪੈਦਾ ਕਰਦੀ ਹੈ। ਹਰ ਚਰਨ ਕਵਲ ਮਕਰੰਦ ਲੋਭਿਤ ਮਨੁ, ਬੜਾ ਸੋਹਣਾ ਮਕਰੰਦ ਹੈ। ਜਿਵੇਂ ਇੱਕ ਭਵਰਾ ਹੈ, ਫੁੱਲ ਤੇ ਬੈਠ ਕੇ ਰਸ ਮਾਣ ਲੈਂਦਾ ਹੈ, ਇਸੇ ਤਰ੍ਹਾਂ ਜਗਿਆਸੂ ਰੱਬ ਦਾ ਪਿਆਰਾ ਵਾਹਿਗੁਰੂ ਦੇ ਚਰਨ ਕਮਲਾਂ ਦਾ ਧਿਆਨ ਧਰ ਕੇ ਰਸ ਮਾਣ ਲੈਂਦਾ ਜੀਵਨ ਦੇ ਅੰਦਰ। ਅਨ ਦਿਨੋਂ ਮੋਹੇ ਆਹੀ ਪਿਆਸਾ, ਅਨ ਦਿਨੋਂ, ਹਾਂ ਬਾਣੀ 'ਚ ਨਿਯਮ ਆਇਆ ਹੈ, ਪੰਜਾਬੀ ਵਾਰਤਕ ਹੋਏ ਜਾਂ ਹੋਰ ਕਾਵ ਹੋਏ, ਉਹਦੇ 'ਚ ਨਿਯਮ ਨਹੀਂ ਆਉਂਦਾ ਵੀ ਇੱਕੋ ਅੱਖਰ ਨੂੰ ਦੋ ਮਾਤਰਾ ਲੱਗੀਆਂ। ਇਹ ਨਿਯਮ ਨਹੀਂ ਮਿਲਦਾ, ਬਾਣੀ 'ਚ ਮਿਲਦਾ। ਹੁਣ ਤੁਸੀਂ ਵੇਖੋ ਅਣ ਦਿਨੋਂ ਦਾ ਸਰੂਪ, ਪਿੱਛੇ ਨੰਨੇ ਨੂੰ ਦੋ ਮਾਤਰਾ ਲੱਗੀਆਂ ਨੇ, ਹੋੜਾ ਤੇ ਔਂਕੜ। ਤੇ ਜੇ ਆਪਾਂ ਵਿਦਵਾਨਾਂ ਦੀ ਬੋਲੀ 'ਚ ਗੱਲ ਕਰਾਂਗੇ, ਉੱਥੇ ਇਹ ਗੱਲ ਆਉਂਦੀ ਹੈ ਵੀ ਇੱਕ ਕਾਵ ਤੋਲ ਨੂੰ ਪੂਰਾ ਕਰ ਰਹੀ ਹੈ ਮਾਤਰਾ, ਇੱਕ ਮਾਤਰਾ ਹੈ ਮੂਲਕ ਹੈ, ਜਿਹੜਾ ਉਹਦਾ ਮੂਲ ਸਰੂਪ ਹੈ। ਸ਼ਬਦ ਹੈ ਅਨ ਦਿਨ, ਇਹ ਮੂਲ ਸਰੂਪ ਹੈ ਨਾ। ਤੋ ਇੱਕ ਮਾਤਰਾ ਜਿਹੜੀ ਹੈ ਕਾਵ ਤੋਲ ਨੂੰ ਪੂਰਾ ਕਰਦੀ ਹੈ, ਇੱਕ ਮਾਤਰਾ ਮੂਲਕ ਹੈ। ਹੁਣ ਕਈ ਵਾਰ ਹੁਣ ਸਾਨੂੰ ਨਹੀਂ ਪਤਾ ਲੱਗਦਾ ਵੀ ਕਿਹੜਾ ਕਾਵ ਤੋਲ ਹੈ, ਕਿਹੜਾ ਮੂਲਕ ਹੈ। ਤੇ ਸੌਖਾ ਜਿਹਾ ਨਿਯਮ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂ, ਜਦੋਂ ਵੀ ਅਖੀਰਲੇ ਸ਼ਬਦ ਨੂੰ ਦੋ ਮਾਤਰਾ ਆਉਣ, ਉਦੋਂ ਤੁਸੀਂ ਹੋੜਾ ਉਚਾਰਨ ਕਰਦੇ ਹੋ, ਕਿ ਅਖੀਰਲੇ ਪਾਸੇ ਆਪਾਂ ਔਂਕੜ ਨਹੀਂ ਉਚਾਰਨ ਕਰ ਸਕਦੇ। ਜਦੋਂ ਅਖੀਰ ਤੇ ਆਉਣ ਉਦੋਂ ਹੋੜਾ ਜੀ ਅਨ ਦਿਨੋਂ। ਜਦੋਂ ਪਹਿਲਾਂ ਆ ਜਾਣ ਉੱਥੇ ਲਗਭਗ 95% ਇਹ ਨਿਯਮ ਲਾਗੂ ਹੋ ਜਾਂਦਾ ਹੈ। ਜਦੋਂ ਪਹਿਲੋਂ ਆ ਜਾਣ ਉੱਥੇ ਔਂਕੜ ਉਚਾਰਨ ਕਰਨਗੇ। ਪਰ ਕੁਝ ਥਾਵਾਂ ਨੇ ਖੈਰ ਜਿੱਥੇ ਹੋੜਾ ਵੀ ਚਾਹੁੰਦਾ, ਪਰ ਜ਼ਿਆਦਾਤਰ ਪਹਿਲੋਂ ਆਉਣਗੀਆਂ ਦੋ ਮਾਤਰਾ, ਜਾਂ ਕਿਉਂਕਿ ਇਹ ਦੋ ਮਾਤਰਾ ਆਉਣਗੀਆਂ ਦੋ ਥਾਵਾਂ 'ਤੇ, ਜਾਂ ਅੱਖਰ ਦੇ ਬਿਲਕੁਲ ਪਹਿਲੇ ਆਉਣਗੀਆਂ ਜਾਂ ਬਾਅਦ ਵਿੱਚ ਆਉਣਗੀਆਂ। ਜੇ ਪਹਿਲੇ ਆਉਣ ਤੇ ਆਪਾਂ ਔਂਕੜ ਉਚਾਰਾਂਗੇ, ਜੇ ਅਖੀਰ ਤੇ ਆਉਣ ਤੇ ਆਪਾਂ ਹੋੜਾ ਉਚਾਰਾਂਗੇ। ਖੈਰ, ਤੋ ਸਾਹਿਬ ਕਹਿੰਦੇ ਅਣ ਦਿਨੋਂ ਮੋਹੇ ਆਹੀ ਪਿਆਸਾ, ਮੈਨੂੰ ਸਦਾ ਹੀ ਪਿਆਸ ਬਣੀ ਰਹਿੰਦੀ ਹੈ। ਜਿਵੇਂ ਇੱਕ ਭਵਰਾ ਇੱਕ ਕਮਲ ਦੇ ਫੁੱਲ ਤੇ ਮਗਨ ਰਹਿ ਜਾਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਤੇਰੇ ਚਰਨ ਕਮਲਾਂ ਦੇ ਵਾਸਤੇ ਮੇਰੇ ਜੀਵਨ 'ਚ ਬੜੀ ਪਿਆਸ ਹੈ। ਕਿਰਪਾ ਕਰ, ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਮੈਨੂੰ ਪਪੀਹੇ ਨੂੰ ਆਪਣੀ ਕਿਰਪਾ ਦਾ ਜਲ ਬਖਸ਼। ਹੋਏ ਜਾਤੇ ਤੇਰੇ ਨਾਏ ਵਾਸਾ, ਮੇਰਾ ਤੇਰੇ ਨਾਮ ਦੇ ਵਿੱਚ ਵਾਸਾ ਹੋ ਜਾਏ।
ਤੇ ਤੇਰੇ ਭਾਣੇ 'ਚ ਰਹਿੰਦਿਆਂ ਮੈਂ ਸਦਾ ਤੇਰੀ ਆਰਤੀ 'ਚ ਸ਼ਾਮਲ ਹੋ ਸਕਾਂ। ਅਸੀਂ ਆਰਤੀ 'ਚ ਸ਼ਾਮਲ ਹੋ ਸਕਦੇ ਹਾਂ, ਕਰ ਨਹੀਂ ਸਕਦੇ। ਸਰਗੁਣ ਦੀ ਨਿਰਗੁਣ ਦੀ ਆਰਤੀ ਸਦਾ ਹੋ ਰਹੀ ਹੈ, ਸਰਬ ਵਿਆਪਕ ਦੀ ਆਰਤੀ ਨਿਰੰਤਰ ਹੈ। ਗੁਰੂ ਕਿਰਪਾ ਕਰਨ ਅਸੀਂ ਥਾਲੀਆਂ ਨੂੰ ਛੱਡ ਕੇ ਗੁਰੂ ਦੇ ਇਸ ਬਚਨ ਨੂੰ ਆਧਾਰ ਬਣਾ ਕੇ ਕਰਤੇ ਦੀ ਮਹਿਮਾ ਗਾ ਸਕੀਏ, ਭੁੱਲਾਂ ਦੀ ਖੀਮਾ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਕੱਲ੍ਹ ਨੂੰ ਪ੍ਰਕਾਸ਼ ਪੁਰਬ ਹੈ। ਸ਼ਾਮ ਦੇ ਵਿਸ਼ੇਸ਼ ਦੀਵਾਨ ਨੇ ਦਰਬਾਰ ਸਾਹਿਬ ਜੀ ਤੋਂ ਵਿਸ਼ੇਸ਼ ਤੌਰ 'ਤੇ ਰਾਗੀ ਸਾਹਿਬਾਨ ਆ ਰਹੇ ਨੇ। 9 ਵਜੇ ਤੱਕ ਦੀਵਾਨ ਸਜੇਗਾ, ਪਹੁੰਚਣ ਦੀ ਕਿਰਪਾਲਤਾ ਕਰਿਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।